ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਫਿਰ ਤੋਂ ਅੱਜ ਗੱਲਬਾਤ ਕਰਾਂਗੇ ਯੂਕਰੇਨ ਦੇ ਬਾਰੇ। ਹੱਸਦੇ ਵਸਦੇ ਦੇਸ਼ ਯੂਕਰੇਨ ਵਿੱਚ ਅੱਜ ਤੋਂ 9 ਦਿਨ ਪਹਿਲਾਂ ਸਭ ਕੁਝ ਠੀਕ ਠਾਕ ਸੀ, ਸਭ ਕੁਝ ਨਾਰਮਲ ਚੱਲ ਰਿਹਾ ਸੀ। ਪਰ ਇਸ ਦੇਸ਼ ਦੇ ਵਿੱਚ ਪਿਛਲੇ 9 ਦਿਨਾਂ ਤੋਂ ਰੂਸ ਨੇ ਤਬਾਹੀ ਮਚਾਈ ਹੋਈ ਹੈ। ਯੂਕਰੇਨ ਦਾ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਹੈ। ਉਹ ਭਾਵੇਂ ਘਰ ਹੋਣ, 에ਅਰਪੋਰਟ ਹੋਣ, ਉਹ ਚਾਹੇ ਲੋਕਾਂ ਦੇ ਬਿਜ਼ਨਸ ਹੋਣ, ਵੱਡੀਆਂ ਬਿਲਡਿੰਗਾਂ ਹੋਣ, ਲੋਕਾਂ ਦੀਆਂ ਜ਼ਿੰਦਗੀਆਂ ਹੋਣ, ਤਬਾਹ ਕਰਕੇ ਰੱਖ ਦਿੱਤਾ ਤੇ ਅੱਜ ਜ਼ਿਆਦਾਤਰ ਏਰੀਆ ਖੰਡਰ ਬਣ ਚੁੱਕਿਆ ਹੈ। ਰੂਸ ਅਤੇ ਯੂਕਰੇਨ ਦੇ ਵਿਚਾਲੇ ਜੰਗ ਦੇ ਅੱਜ 9ਵੇਂ ਦਿਨ ਵੀ ਵੱਡੀ ਗਿਣਤੀ ਵਿੱਚ ਯੂਕਰੇਨ ਦੇ ਲੋਕ ਬਾਹਰ ਨਿਕਲਣ ਦੀ ਕੋਸ਼ਿਸ਼ ਵਿੱਚ ਹਨ। ਯੂਕਰੇਨ ਨੇ ਨੈਟੋ ਨੂੰ ਕਿਹਾ ਕਿ ਸਾਨੂੰ ਤੁਹਾਡੇ ਹਥਿਆਰਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਚਾਹੀਦਾ। ਨਾਟੋ ਨੇ ਪਰਮਾਣੂ ਊਰਜਾ ਪਲਾਂਟ ਦੀ ਗੋਲੀਬਾਰੀ ਸਣੇ ਯੂਕਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਹੈ। ਨਾਟੋ ਦਾ ਕਹਿਣਾ ਹੈ ਕਿ ਇਸ ਗੱਲ ਦੇ ਸਬੂਤ ਨੇ ਕਿ ਰੂਸ ਆਪਣੇ ਹਮਲੇ ਵਿੱਚ ਕਲਸਟਰ ਬੰਬਾਂ ਦੀ ਵਰਤੋਂ ਕਰ ਰਿਹਾ ਹੈ। ਦੁਨੀਆ ਭਰ ਦੇ ਨੇਤਾਵਾਂ ਨੇ ਪਰਮਾਣੂ ਪਲਾਂਟ ਤੇ ਰੂਸੀ ਹਮਲੇ ਦੀ ਨਿੰਦਾ ਵੀ ਕੀਤੀ ਹੈ। ਯੂਕਰੇਨ ਦੇ ਜ਼ੈਪੋਰੋਜ਼ੀਆ ਨਿਊਕਲੀਅਰ ਪਲਾਂਟ ਦੇ ਵਿੱਚ ਰੂਸੀ ਹਮਲੇ ਦੇ ਨਾਲ ਲੱਗੀ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ, ਪਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਖਾਰਕਿਵ ਦੇ ਇੱਕ ਟ੍ਰੇਨ ਸਟੇਸ਼ਨ ਦੇ ਵਿੱਚ ਬੰਦਕ ਬਣੇ ਹੋਏ ਆ। ਰੂਸ ਤੇ ਯੂਕਰੇਨ ਦੇ ਨੁਮਾਇੰਦਿਆਂ ਦੇ ਦਰਮਿਆਨ ਬੈਲਾਰੂਸ ਵਿੱਚ ਦੂਜੇ ਦੌਰ ਦੀ ਬੈਠਕ ਹੋਈ ਹੈ ਤੇ ਰੂਸੀ ਰਾਸ਼ਟਰਪਤੀ ਨੇ ਆਖਿਆ ਕਿ ਰੂਸ ਦਾ ਵਿਸ਼ੇਸ਼ ਮਿਲਟਰੀ ਆਪਰੇਸ਼ਨ ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਹੈ। ਯੂਕਰੇਨ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਮਨੇ ਸਾਹਮਣੇ ਬੈਠ ਕੇ ਗੱਲਬਾਤ ਕਰਨ ਦੇ ਲਈ ਵੀ ਕਿਹਾ। ਉਹਨਾਂ ਕਿਹਾ ਕਿ ਜੰਗ ਰੋਕਣ ਦਾ ਇਹੀ ਤਰੀਕਾ ਹੈ, ਪਰ ਹੌਸਲੇ ਬੁਲੰਦ ਨੇ। ਯੂਕਰੇਨ ਦੀ ਸੰਸਦ ਦੇ ਮੈਂਬਰਾਂ ਨੇ ਯੂਕਰੇਨ ਤੇ ਰੂਸ ਦੇ ਹਮਲੇ ਦੇ ਦੌਰਾਨ ਰਾਜਧਾਨੀ ਕੀਵ ਵਿੱਚ ਇਕੱਠੇ ਹੋ ਕੇ ਦੇਸ਼ ਦਾ ਰਾਸ਼ਟਰੀ ਗੀਤ ਗਾਇਆ। ਉਧਰ ਯੂਕਰੇਨ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਮੁਤਾਬਕ ਯੂਕਰੇਨ ਦੇ ਪਰਮਾਣੂ ਪਾਵਰ ਪਲਾਂਟ ਤੇ ਰੂਸੀ ਗੋਲੀਬਾਰੀ ਕਾਰਨ ਅੱਗ ਲੱਗੀ ਤੇ ਅੱਗ ਦੇ ਵਿੱਚ ਕਈ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ। ਮੰਤਰਾਲੇ ਨੇ ਫੇਸਬੁੱਕ ਤੇ ਇੱਕ ਬਿਆਨ ਵਿੱਚ ਦੱਸਿਆ ਕਿ ਕਰਮਚਾਰੀ ਜ਼ੈਪੋਰੋਜ਼ੀਆ ਪਲਾਂਟ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸੁਰੱਖਿਅਤ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਰੇਡੀਏਸ਼ਨ ਦੇ ਪੱਧਰ ਤੇ ਠੀਕ ਹੈ। ਪਰ ਜੇਕਰ ਪਾਵਰ ਯੂਨਿਟਸ ਦੇ ਅੰਦਰ ਪਰਮਾਣੂ ਬਾਲਣ ਨੂੰ ਠੰਡਾ ਕਰਨ ਦੀ ਪ੍ਰਕਿਰਿਆ ਵਿੱਚ ਗੜਬੜੀ ਹੁੰਦੀ ਹੈ ਤਾਂ ਵਿਆਪਕ ਤੌਰ ਤੇ ਰੇਡੀਓ ਐਕਟਿਵ ਨੁਕਸਾਨ ਹੋ ਸਕਦਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਹਜ਼ਾਰਾਂ ਲੋਕ, ਜਿਸ ਵਿੱਚ ਨਾਗਰਿਕ ਵੀ ਸ਼ਾਮਲ ਹਨ, ਵਰਤਮਾਨ ਸਮੇਂ ਵਿੱਚ ਚੱਲ ਰਹੀ ਗੋਲੀਬਾਰੀ ਤੇ ਲੜਾਈ ਕਾਰਨ ਪਲਾਂਟ ਦੇ ਨੇੜਲੇ ਖੇਤਰ ਨੂੰ ਖਾਲੀ ਕਰਨ ਦੇ ਵਿੱਚ ਅਸਮਰੱਥ ਹਨ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਨਾਟੋ ਫੌਜੀ ਗੱਠਜੋੜ ਦੇ ਉਹਨਾਂ ਦੇਸ਼ਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਰੂਸ ਦੇ ਹਮਲੇ ਦਾ ਵਿਰੋਧ ਕਰਨ ਵਿੱਚ ਮਦਦ ਦੇ ਲਈ ਗੋਲਾ ਬਾਰੂਦ ਤੇ ਹਥਿਆਰ ਭੇਜੇ, ਪਰ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਦੀ ਬੇਨਤੀ ਵੀ ਕੀਤੀ ਹੈ। ਉਹਨਾਂ ਨੇ ਇੱਕ ਫੇਸਬੁੱਕ ਵੀਡੀਓ ਦੇ ਵਿੱਚ ਕਿਹਾ, ਸਾਡੀ ਮਦਦ ਕਰੋ। ਜੇ ਤੁਸੀਂ ਨਹੀਂ ਕਰ ਸਕਦੇ ਤਾਂ ਮੈਨੂੰ ਡਰ ਹੈ ਕਿ ਤੁਹਾਨੂੰ ਉਹਨਾਂ ਯੂਕਰੇਨੀ ਨਾਗਰਿਕਾਂ ਦੀਆਂ ਜ਼ਿੰਦਗੀਆਂ ਅਤੇ ਦੁੱਖਾਂ ਲਈ ਜ਼ਿੰਮੇਵਾਰੀ ਸਾਂਝੀ ਕਰਨੀ ਪਵੇਗੀ ਜੋ ਬੇਰਹਿਮ ਰੂਸੀ ਪਾਇਲਟਸ ਵੱਲੋਂ ਸੁੱਟੇ ਜਾ ਰਹੇ ਬੰਬਾਂ ਕਾਰਨ ਮਾਰੇ ਗਏ ਸਨ। ਮੇਰੀ ਇੱਕੋ ਉਮੀਦ ਹੈ ਕਿ ਇਸ ਵਿੱਚ ਦੇਰੀ ਨਹੀਂ ਹੋਵੇਗੀ। ਨਾਲ ਹੀ ਜ਼ੈਲੈਂਸਕੀ ਦੀ ਯੂਰਪ ਨੂੰ ਗੁਹਾਰ ਬਾਰੇ ਜੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਕਿਰਪਾ ਕਰਕੇ ਜਾਗ ਜਾਓ, ਪਰਮਾਣੂ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹਨਾਂ ਨੇ 1986 ਦੇ ਵਿੱਚ ਚਰਨੋਬਿਲ ਪਰਮਾਣੂ ਹਾਦਸੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇ ਜ਼ੈਪੋਰੋਜ਼ੀਆ ਦੇ 6 ਰਿਐਕਟਰਸ ਵਿੱਚ ਕੁਝ ਗਲਤ ਹੋ ਗਿਆ ਤਾਂ ਨਤੀਜੇ ਹੋਰ ਵੀ ਮਾੜੇ ਹੋਣਗੇ। ਜ਼ੈਲੈਂਸਕੀ ਨੇ ਕਿਹਾ, ਤੁਸੀਂ ਹੁਣ ਜਾਗੋ, ਤੁਸੀਂ ਆਪਣੇ ਆਗੂਆਂ ਨੂੰ ਕਹੋ ਕਿ ਰੂਸੀ ਫੌਜਾਂ ਯੂਕਰੇਨ ਦੇ ਪਰਮਾਣੂ ਪਲਾਂਟ ਤੇ ਹਮਲਾ ਕਰ ਰਹੀਆਂ ਨੇ। ਉਹਨਾਂ ਕਿਹਾ ਕਿ ਉਹ ਅਮਰੀਕਾ, ਬ੍ਰਿਟੇਨ ਅਤੇ EU ਦੇ ਆਗੂਆਂ ਦੇ ਸੰਪਰਕ ਵਿੱਚ ਹਨ ਅਤੇ ਇੰਟਰਨੈਸ਼ਨਲ ਪਰਮਾਣੂ ਊਰਜਾ ਏਜੰਸੀ ਨਾਲ ਵੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਯੂਰਪ ਦੇ ਲੋਕਾਂ ਨੂੰ ਆਪਣੇ ਆਗੂਆਂ ਨੂੰ ਜਗਾਉਣ ਦੀ ਲੋੜ ਹੈ। Європа зараз повинна прокинутися. Горить найбільша атомна станція Європи. Прямо зараз російські танки розстрілюють атомні блоки. Це танки обладнані тепловізорами. Тобто вони знають, куди стріляють. Вони до цього готувались. Європейці, прокиньтесь, будь ласка, говоріть своїм політикам. Російські війська обстрілюють атомну станцію в Україні. Запорізьку атомну станцію. Місто Енергодар. Там 6 енергоблоків. 6. В Чорнобилі вибухнув 1 енергоблок.
ਉਧਰ ਜ਼ੈਲੈਂਸਕੀ ਨੇ ਕਿਹਾ ਕਿ ਅਤੀਤ ਵਿੱਚ ਰੂਸੀ ਪ੍ਰੋਪੇਗੈਂਡਾ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਦੁਨੀਆ ਨੂੰ ਪਰਮਾਣੂ ਦੀ ਸੁਆਹ ਨਾਲ ਢੱਕ ਦੇਵੇਗਾ ਤੇ ਹੁਣ ਇਹ ਸਿਰਫ ਇੱਕ ਚੇਤਾਵਨੀ ਨਹੀਂ, ਇਹ ਅਸਲ ਹੈ। ਤੇ ਦੂਜੇ ਪਾਸੇ ਜੇ ਨਾਟੋ ਦੀ ਗੱਲ ਕਰੀਏ ਤੇ ਨਾਟੋ ਨੇ ਯੂਕਰੇਨ ਤੇ ਨੋ ਫਲਾਈ ਜ਼ੋਨ ਐਲਾਨਣ ਤੋਂ ਇਨਕਾਰ ਕਰ ਦਿੱਤਾ ਹੈ। ਨਾਟੋ ਦਾ ਕਹਿਣਾ ਹੈ ਕਿ ਅਜਿਹੇ ਕਦਮ ਦੇ ਨਾਲ ਫਿਲਹਾਲ ਰੂਸ ਤੇ ਗੁਆਂਢੀ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਪੂਰੇ ਯੂਰਪ ਵਿੱਚ ਫੈਲ ਜਾਵੇਗੀ, ਪਰ ਨਾਟੋ ਨੇ ਯੂਕਰੇਨ ਨੂੰ ਭੇਜੀ ਜਾਣ ਵਾਲੀ ਮਦਦ ਵਿੱਚ ਵਾਧਾ ਕਰਨ ਦਾ ਅਹਿਦ ਲੈ ਲਿਆ ਹੈ। ਸਾਬਕਾ ਸੋਵੀਅਤ ਮੁਲਕ ਯੂਕਰੇਨ ਯੂਰਪੀਅਨ ਯੂਨੀਅਨ ਅਤੇ ਨਾਟੋ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤੇ ਸੰਕਟ ਦੇ ਸਮੇਂ ਵਿੱਚ ਇੱਕ ਦੂਸਰੇ ਦੀ ਰਾਖੀ ਕਰਨਾ ਇਹਨਾਂ ਸਮੂਹਾਂ ਦੇ ਬੁਨਿਆਦੀ ਸਿਧਾਂਤਾਂ ਦੇ ਵਿੱਚ ਸ਼ਾਮਿਲ ਹੈ। ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਨਬਰਗ ਨੇ ਕਿਹਾ, ਅਸੀਂ ਇਸ ਜੰਗ ਦਾ ਹਿੱਸਾ ਨਹੀਂ। ਬਤੌਰ ਨਾਟੋ ਭਾਈਵਾਲ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਜੰਗ ਨੂੰ ਯੂਕਰੇਨ ਤੋਂ ਬਾਹਰ ਜਾਣ ਅਤੇ ਹੋਰ ਘਾਤਕ ਤੇ ਤਬਾਹਕੁਨ ਹੋਣ ਤੋਂ ਰੋਕੀਏ। ਰੂਸ ਵੱਲੋਂ ਯੂਕਰੇਨ ਤੇ ਲਗਾਤਾਰ ਜਾਰੀ ਹਵਾਈ ਹਮਲਿਆਂ ਤੇ ਬੰਬਾਰੀ ਦੇ ਕਾਰਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਕਈ ਦਿਨਾਂ ਤੋਂ ਪੱਛਮੀ ਦੇਸ਼ਾਂ ਨੂੰ ਯੂਕਰੇਨ ਉੱਪਰ ਨੋ ਫਲਾਈ ਜ਼ੋਨ ਐਲਾਨਣ ਦੀ ਮੰਗ ਕਰ ਰਹੇ ਹਨ। ਰੂਸ ਉੱਪਰ ਆਰਥਿਕ ਪਾਬੰਦੀਆਂ ਤੇ ਯੂਕਰੇਨ ਨੂੰ ਹਥਿਆਰ ਅਤੇ ਜੰਗੀ ਸਾਜ਼ੋ ਸਮਾਨ ਭੇਜ ਕੇ ਉਸ ਦੀ ਮਦਦ ਕੀਤੀ ਜਾ ਰਹੀ ਹੈ, ਪਰ ਨਾਟੋ ਨੇ ਫੌਜੀ ਕਾਰਵਾਈ ਦੀ ਮਦਦ ਨਹੀਂ ਕੀਤੀ। ਇੱਕ ਵੀਡੀਓ ਸੰਦੇਸ਼ ਵਿੱਚ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਕਿਹਾ ਕਿ ਨਾਟੋ ਦੇ ਵਿਦੇਸ਼ ਮੰਤਰੀਆਂ ਨੂੰ ਪੁਤਿਨ ਦੁਆਰਾ ਯੂਕਰੇਨ ਨੂੰ ਸੀਰੀਆ ਵਿੱਚ ਤਬਦੀਲ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ। ਇੱਕ ਟਵਿੱਟਰ ਪੋਸਟ ਵਿੱਚ ਉਹਨਾਂ ਲਿਖਿਆ, ਬਹੁਤ ਦੇਰ ਹੋ ਜਾਣ ਤੋਂ ਪਹਿਲਾਂ ਹੁਣੇ ਕਾਰਵਾਈ ਕਰੋ। What is taking place in Ukraine now is horrific. It's painful, and we see human suffering, we see destruction at a scale we haven't seen in Europe since the Second World War. And I would like to commend the courage of the Ukrainian people standing up against the Russian invasion, standing up against Putin's forces. NATO is a defensive alliance. Our core task is to keep our 30 nations safe. We are not part of this conflict, and we have a responsibility to ensure it does not escalate and spread beyond Ukraine, because that would be even more devastating and more dangerous. So we have made it clear that we are not going to move into Ukraine, neither on the ground or in the Ukrainian airspace. And of course, the only way to implement a no-fly zone is to send NATO planes, fighter planes, into Ukrainian airspace, and then impose that no-fly zone by shooting down Russian planes. And our assessment is that we understand the desperation, but we also believe that if we did that, we'll end up with something that could end in a full-fledged war in Europe, involving many more countries and causing much more human suffering. ਸਟੋਲਨ ਨੇ ਕਿਹਾ ਕਿ ਉਹ ਯੂਕਰੇਨ ਦੀ ਲਾਚਾਰੀ ਸਮਝਦੇ ਨੇ ਕਿਉਂਕਿ ਰੂਸ ਦੇ ਵੱਲੋਂ ਲਗਾਤਾਰ ਹਮਲੇ ਤੇਜ਼ ਕੀਤੇ ਜਾ ਰਹੇ ਨੇ। ਗੌਰਤਲਬ ਹੈ ਕਿ ਹਾਲ ਹੀ ਵਿੱਚ ਰੂਸ ਨੇ ਯੂਕਰੇਨ ਦੇ ਪਰਮਾਣੂ ਪਲਾਂਟ ਤੇ ਵੀ ਹਮਲਾ ਕੀਤਾ ਸੀ, ਪਰ ਇਸ ਹਮਲੇ ਵਿੱਚ ਰੇਡੀਏਸ਼ਨ ਲੀਕ ਹੋਣ ਤੋਂ ਬਚਾ ਰਹਿ ਗਿਆ। ਸਟੋਲਨਬਰਗ ਨੇ ਕਿਹਾ, ਨੋ ਫਲਾਈ ਜ਼ੋਨ ਐਲਾਨਣ ਦਾ ਮਤਲਬ ਹੋਵੇਗਾ ਕਿ ਨਾਟੋ ਦੇ ਪਾਇਲਟ ਇਸ ਸਥਿਤੀ ਨੂੰ ਲਾਗੂ ਕਰਵਾਉਣ ਲਈ ਸਿੱਧੇ ਤੌਰ ਤੇ ਰੂਸੀ ਜੰਗੀ ਜਹਾਜ਼ਾਂ ਤੇ ਹਮਲਾ ਕਰਨਗੇ, ਪਰ ਇਸ ਨਾਲ ਜੰਗ ਦੇ ਬਹੁਤ ਵੱਡੇ ਪੱਧਰ ਤੇ ਫੈਲਣ ਦਾ ਖਤਰਾ ਹੈ। ਰੂਸ ਅਤੇ ਨਾਟੋ ਮੈਂਬਰ US, ਬ੍ਰਿਟੇਨ, ਫਰਾਂਸ ਸਾਰੇ ਹੀ ਪਰਮਾਣੂ ਸ਼ਕਤੀਆਂ ਵਾਲੇ ਹਨ। ਉਹਨਾਂ ਕਿਹਾ ਕਿ ਭਾਈਵਾਲਾਂ ਵਿੱਚ ਸਹਿਮਤੀ ਬਣੀ ਹੈ ਕਿ ਯੂਕਰੇਨ ਦੀ 에ਅਰ ਸਪੇਸ ਵਿੱਚ ਨਾਟੋ ਦੇ ਜਹਾਜ਼ ਅਤੇ ਯੂਕਰੇਨੀਅਨ ਜ਼ਮੀਨ ਤੇ ਨਾਟੋ ਫੌਜਾਂ ਆਪਰੇਟ ਨਹੀਂ ਕਰਨਗੀਆਂ। US ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਕਿਹਾ ਕਿ ਸਮੂਹ ਨਾਟੋ ਦੇ ਖੇਤਰ ਵਿੱਚ ਹਰੇਕ ਇੰਚ ਦੀ ਰਾਖੀ ਕਰੇਗਾ। ਸਾਡਾ ਸਮੂਹ ਰੱਖਿਆਤਮਕ ਹੈ, ਅਸੀਂ ਜੰਗ ਨਹੀਂ ਚਾਹੁੰਦੇ, ਪਰ ਜੇ ਜੰਗ ਸਾਡੇ ਤੱਕ ਆਉਂਦੀ ਹੈ ਤਾਂ ਅਸੀਂ ਤਿਆਰ ਹਾਂ। ਤੇ ਦੂਜੇ ਪਾਸੇ ਯੂਕਰੇਨ ਵਿੱਚ ਫੌਜੀ ਮੌਜੂਦਗੀ ਦੀ ਬਜਾਏ ਯੂਰਪੀਅਨ ਯੂਨੀਅਨ ਮੁਲਕਾਂ ਜਿਨ੍ਹਾਂ ਵਿੱਚ ਜ਼ਿਆਦਾਤਰ ਨਾਟੋ ਦੇ ਮੈਂਬਰ ਨੇ ਕਿਹਾ ਕਿ ਉਹ ਰੂਸ ਉੱਪਰ ਹੋਰ ਵੀ ਸਖਤ ਆਰਥਿਕ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਹੇ ਹਨ। ਯੂਰਪੀਅਨ ਯੂਨੀਅਨ ਨੂੰ ਰੂਸ ਤੋਂ ਪ੍ਰਾਪਤ ਹੋਣ ਵਾਲੀ ਗੈਸ ਤੇ ਪਾਬੰਦੀ ਲਗਾਉਣ ਦੀ ਸੰਭਾਵਨਾ ਬਾਰੇ ਸਵਾਲ ਪੁੱਛੇ ਜਾਣ ਤੇ ਯੂਰਪੀਅਨ ਯੂਨੀਅਨ ਦੇ ਕੂਟਨੀਤੀ ਮਾਹਰ ਉਹਨਾਂ ਨੇ ਕਿਹਾ ਕਿ ਅਸੀਂ ਹਰੇਕ ਉਪਾਅ ਤੇ ਵਿਚਾਰ ਕਰਾਂਗੇ। ਇਹ ਪੁਤਿਨ ਦੀ ਜੰਗ ਹੈ ਤੇ ਪੁਤਿਨ ਨੂੰ ਇਹ ਜੰਗ ਰੁਕਣੀ ਪੈਣੀ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਹ ਯੂਰਪੀ ਸਮੂਹ ਇਹਨਾਂ ਪਾਬੰਦੀਆਂ ਦੇ ਸਬੰਧ ਵਿੱਚ ਚੁੱਕੇ ਉਪਾਵਾਂ ਬਾਰੇ ਕਦੋਂ ਸਹਿਮਤ ਹੋਵੇਗਾ, ਕਿਉਂਕਿ ਕੁਝ ਦੇਸ਼ ਰੂਸੀ ਗੈਸ ਸਪਲਾਈ ਤੇ ਖਾਸਾ ਨਿਰਭਰ ਕਰਦੇ ਹੈ। 6 ਅਧਿਕਾਰੀਆਂ ਨੇ ਦੱਸਿਆ ਕਿ 27 ਦੇਸ਼ਾਂ ਦਾ ਸਮੂਹ ਯੂਕਰੇਨ ਦੇ ਹਮਲੇ ਤੋਂ ਬਾਅਦ ਇੰਟਰਨੈਸ਼ਨਲ ਮੋਨਿਟਰੀ ਫੰਡ ਤੇ ਰੂਸ ਦੇ ਪ੍ਰਭਾਵ ਅਤੇ ਇਸ ਦੇ ਫਾਈਨੈਂਸ ਤੱਕ ਰੂਸ ਦੀ ਪਹੁੰਚ ਤੇ ਰੋਕਾਂ ਲਗਾਉਣ ਦੀ ਸਮੀਖਿਆ ਕਰ ਰਿਹਾ। ਆਇਰਲੈਂਡ ਦੇ ਵਿਦੇਸ਼ ਮੰਤਰੀ ਸਾਈਮਨ ਕੋਵੇਨੀ ਨੇ ਕਿਹਾ ਕਿ ਕੋਈ ਨਵੀਆਂ ਪਾਬੰਦੀਆਂ ਦਾ ਐਲਾਨ ਨਹੀਂ ਕੀਤਾ ਜਾਵੇਗਾ, ਪਰ ਚੌਥਾ ਪੜਾਅ ਸਵਿਫਟ ਅੰਤਰਰਾਸ਼ਟਰੀ ਟ੍ਰਾਂਸਫਰ ਪ੍ਰਣਾਲੀ ਤੱਕ
ਹੋਰ ਰੂਸੀ ਬੈਂਕਾਂ ਦੀ ਪਹੁੰਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਯੂਰਪੀਅਨ ਬੰਦਰਗਾਹਾਂ ਤੋਂ ਰੂਸੀ ਜਹਾਜ਼ਾਂ ਨੂੰ ਬੈਨ ਕੀਤਾ ਜਾ ਸਕਦਾ ਹੈ ਤੇ ਸਟੀਲ, ਲੱਕੜ, ਐਲੂਮੀਨੀਅਮ ਜਾਂ ਕੋਲੇ ਵਰਗੇ ਆਯਾਤ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਜਰਮਨ ਵਿਦੇਸ਼ ਮੰਤਰੀ ਨੇ ਕਿਹਾ ਕਿ ਬਲੌਕ ਨੂੰ ਸਾਰੀਆਂ ਚੋਰ ਮੋਰੀਆਂ ਨੂੰ ਬੰਦ ਕਰਨਾ ਚਾਹੀਦਾ ਤਾਂ ਕਿ ਰੂਸ ਇਹਨਾਂ ਆਰਥਿਕ ਪਾਬੰਦੀਆਂ ਤੋਂ ਬਚਣ ਦਾ ਰਾਹ ਨਾ ਲੱਭ ਸਕੇ। ਯੂਰਪੀਅਨ ਯੂਨੀਅਨ ਦੇ ਦੁਆਰਾ ਹੋਰ ਮਦਦ ਪਹੁੰਚਾਈ ਜਾ ਰਹੀ ਹੈ। To respond to the growing needs in Ukraine, the European Commission has decided to deploy emergency medical assistance from its rescue medical stockpiles in Germany, Hungary, and the Netherlands. The European Commission is also establishing emergency hubs in Poland, Romania, and Slovakia. You will have seen the comments related to these emergency hubs in the President's statements yesterday when she was in Romania, in Slovakia. And these hubs will allow us to expedite the delivery of assistance into Ukraine. Furthermore, the Commission has suspended cooperation with Russia and Belarus in the European Neighbourhood Instrument cross-border cooperation programs, as well as in the Interreg Baltic Sea region program. Likewise, the Commission has also decided not to conclude any new contracts or agreements with Russian research organizations. All ongoing projects are being reviewed. At the same time, we are strongly committed to stand by Ukraine and its scientific community and have taken steps to ensure that Ukrainian participants in joint research projects can continue to receive EU funding. ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਨਹੀਂ ਚਾਹੁੰਦੀ ਕਿ ਰੂਸ ਅਤੇ ਯੂਕਰੇਨ ਦੇ ਦਰਮਿਆਨ ਜੰਗ ਨੂੰ ਹੋਰ ਹੁਲਾਰਾ ਮਿਲੇ ਤੇ ਨਾਟੋ ਫੋਰਸਾਂ ਸਿੱਧੀ ਤੌਰ ਤੇ ਜੰਗ ਦੇ ਵਿੱਚ ਸ਼ਾਮਿਲ ਹੋਣ। ਮਿਸਿਸਾਗਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਕੈਨੇਡਾ ਤੇ ਇਸ ਦੇ ਭਾਈਵਾਲ ਯੂਕਰੇਨ ਤੇ ਹਮਲੇ ਦੇ ਜਵਾਬ ਵਿੱਚ ਰੂਸ ਨੂੰ ਆਰਥਿਕ ਚੋਟ ਪਹੁੰਚਾ ਰਹੇ ਨੇ, ਪਰ ਯੂਕਰੇਨ ਦੇ ਵਿੱਚ ਨੋ ਫਲਾਈ ਜ਼ੋਨ ਸਥਾਪਿਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਨੋ ਫਲਾਈ ਜ਼ੋਨ ਦਾ ਅਰਥ ਰੂਸੀ ਸੈਨਿਕਾਂ ਨਾਲ ਸਿੱਧੇ ਰੂਪ ਵਿੱਚ ਟਕਰਾ ਹੋਵੇਗਾ। ਟਰੂਡੋ ਨੇ ਕਿਹਾ ਕਿ ਅਸੀਂ ਇਸ ਸਥਿਤੀ ਨੂੰ ਹੁਣ ਤੱਕ ਬਚਦੇ ਆ ਰਹੇ ਹਾਂ ਅਤੇ ਭਵਿੱਖ ਵਿੱਚ ਵੀ ਅਜਿਹੀ ਸਥਿਤੀ ਤੋਂ ਗੁਰੇਜ਼ ਕਰਨਾ ਜਾਰੀ ਰੱਖਾਂਗੇ ਜਿੱਥੇ ਨਾਟੋ ਫੌਜਾਂ ਰੂਸੀ ਫੌਜਾਂ ਨਾਲ ਸਿੱਧੇ ਟਾਕਰੇ ਤੇ ਖੜੀਆਂ ਹੋਣ। ਤਣਾਅ ਦਾ ਇਸ ਪੱਧਰ ਤੱਕ ਵਧਣਾ ਮੰਦਭਾਗਾ ਹੈ। Yesterday evening, I spoke once again to President Zelensky and shared with him my deep concerns for the dangers of Russian attacks on Zaporizhzhia nuclear power plant. Obviously, we need to see great care taken and a de-escalation of violence in general in Ukraine, but specifically around nuclear power plants. That would be a compounding level to this crisis and problem that nobody wants to see, and we certainly hope that will be the case moving forward. ਟਰੂਡੋ ਨੇ ਕੈਨੇਡੀਅਨ ਫੌਜਾਂ ਦੇ ਯੂਕਰੇਨ ਭੇਜੇ ਜਾਣ ਤੋਂ ਵੀ ਇਨਕਾਰ ਕੀਤਾ। ਉਹਨਾਂ ਕਿਹਾ ਕਿ ਸੋਵੀਅਤ ਸਟਾਈਲ ਦੇ ਲੜਾਕੂ ਜਹਾਜ਼ਾਂ ਨਾਲ ਲੜਨ ਦੀ ਯੂਕਰੇਨ ਦੀ ਫੌਜ ਕੋਲ ਟ੍ਰੇਨਿੰਗ ਹੈ, ਪਰ ਕੈਨੇਡੀਅਨ ਫੋਰਸ ਦੀ ਅਜਿਹੀ ਸਿਖਲਾਈ ਨਹੀਂ ਹੋਈ ਹੈ। ਯੂਕਰੇਨ ਦੀ ਲਗਾਤਾਰ ਵਿਗੜਦੀ ਸਥਿਤੀ ਦੇ ਦਰਮਿਆਨ ਪ੍ਰਧਾਨ ਮੰਤਰੀ ਟਰੂਡੋ ਯੂਰਪ ਦੇ ਦੌਰੇ ਤੇ ਜਾ ਰਹੇ ਨੇ, ਜਿੱਥੇ ਉਹ ਯੂਕੇ, ਲਾਟਵੀਆ, ਜਰਮਨੀ ਅਤੇ ਪੋਲੈਂਡ ਦੇ ਲੀਡਰਸ ਦੇ ਨਾਲ ਮੁਲਾਕਾਤ ਕਰਨਗੇ। ਕੈਨੇਡਾ ਅਤੇ ਯੂਕੇ ਪਿਛਲੇ 2 ਹਫ਼ਤਿਆਂ ਤੋਂ ਰੂਸ ਉੱਪਰ ਆਰਥਿਕ ਪਾਬੰਦੀਆਂ ਲਗਾਉਣ ਦੇ ਨਾਲ-ਨਾਲ ਹੋਰ ਦੇਸ਼ਾਂ ਤੇ ਵੀ ਰੂਸ ਉੱਪਰ ਪਾਬੰਦੀਆਂ ਸਖਤ ਕਰਨ ਦਾ ਦਬਾਅ ਬਣਾ ਰਹੇ ਹਨ। ਇਹਨਾਂ ਪਾਬੰਦੀਆਂ ਵਿੱਚ ਰੂਸ ਨੂੰ ਸਵਿਫਟ ਬੈਂਕ ਪ੍ਰਣਾਲੀ ਤੋਂ ਬਾਹਰ ਕੀਤਾ ਜਾਣਾ, ਰੂਸੀ ਜਹਾਜ਼ਾਂ ਲਈ 에ਅਰ ਸਪੇਸ ਬੰਦ ਕਰਨਾ ਅਤੇ ਰੂਸ ਦੇ ਕੁਲੀਨ ਵਰਗ ਉੱਪਰ ਸਖਤ ਪਾਬੰਦੀਆਂ ਲਾਉਣਾ ਸ਼ਾਮਲ ਹੈ। ਆਪਰੇਸ਼ਨ ਰੀਅਸ਼ੋਰੈਂਸ ਤਹਿਤ ਕੈਨੇਡੀਅਨ ਫੌਜੀ ਦਸਤਾ ਲਾਟਵੀਆ ਦੇ ਵਿੱਚ ਤੈਨਾਤ ਹੈ ਤੇ ਯੂਕਰੇਨ ਨਾਟੋ ਮੈਂਬਰ ਨਹੀਂ ਹੈ, ਪਰ ਲਾਟਵੀਆ ਇੱਕ ਨਾਟੋ ਮੈਂਬਰ ਹੈ। ਇਸ ਦਾ ਅਰਥ ਹੈ ਜੇ ਰੂਸ ਜੰਗ ਦੇ ਦੌਰਾਨ ਲਾਟਵੀਆ ਵੱਲ ਰੁਖ ਕਰਦਾ ਹੈ ਤਾਂ ਨਾਟੋ ਮੈਂਬਰ ਇਸ ਦਾ ਬਚਾਅ ਕਰਨ ਦੇ ਲਈ ਪ੍ਰਤੀਬੱਧ ਹਨ। Canada and Canadians have always been there for people fleeing conflict and war. That's part of what has built this country over many, many generations. Whether it was stepping up for Syrian refugees, whether it's being there for people fleeing Afghanistan, or in the coming weeks and months, people fleeing the conflict in Ukraine. Yes, many Ukrainian Canadians are opening their homes and their communities to support people coming here, but also non-Ukrainian Canadians are stepping up in communities across the country because that's just what Canadians do. We've heard very clearly from many Ukrainians that they looking forward to coming to Canada and being safe
for a while, but they are also committed to returning to Ukraine and creating closer ties between Canada and Ukraine as we eventually get to the work of rebuilding Ukraine is going to be important. But for now, we're doing everything we can to support people. We are and have been extremely focused on standing up for Ukraine and giving Ukrainians the support they need to get through this. The biggest and strongest response we've had is actually in crippling the Russian economy, demonstrating to all Russians that Vladimir Putin made a terrible mistake. Yes, Putin has chosen to use violence and military might to try and achieve his ends. He will fail at that, but we are responding with economic tools that will be far more impactful on the world than Putin's army can be. The thing that we have so far avoided and will continue to need to avoid is putting a situation in which NATO forces are in direct conflict with Russian soldiers. That would be a level of escalation that is unfortunate, that we need to avoid, but we will continue to impose punishing consequences on Putin, on his cronies in the Kremlin, and on the Russian people until they understand just how terrible a mistake Vladimir Putin has just made. ਤੇ ਟਰੂਡੋ ਦੇ ਵੱਲੋਂ ਯੂਕਰੇਨ ਦੇ ਅਹਿਮ ਪਾਵਰ ਪਲਾਂਟ ਉੱਤੇ ਹਮਲਿਆਂ ਦੀ ਵੀ ਨਿਖੇਧੀ ਕੀਤੀ ਜਾ ਰਹੀ ਹੈ। ਟਰੂਡੋ ਨੇ ਦੱਸਿਆ ਕਿ ਉਹਨਾਂ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨਾਲ ਹੋਈ ਗੱਲਬਾਤ ਵਿੱਚ ਜ਼ੈਪੋਰੀਜ਼ੀਆ ਨਿਊਕਲੀਅਰ ਪਲਾਂਟ ਦੇ ਉੱਤੇ ਹੋਏ ਖੌਫਨਾਕ ਹਮਲੇ ਦੀ ਨਿਖੇਧੀ ਕੀਤੀ ਹੈ। ਟਰੂਡੋ ਨੇ ਟਵਿੱਟਰ ਉੱਤੇ ਆਖਿਆ ਕਿ ਰੂਸ ਵੱਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਹਮਲੇ ਤੁਰੰਤ ਬੰਦ ਕਰ ਦੇਣੇ ਚਾਹੀਦੇ ਨੇ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਜ਼ੈਲੈਂਸਕੀ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਵੀ ਯੂਕਰੇਨ ਦੀ ਪੂਰਬੀ ਐਨਰਹੋਡਰ ਸਿਟੀ ਉੱਤੇ रूस ਵੱਲੋਂ ਕੀਤੇ ਗਏ ਇਸ ਹਮਲੇ ਦੀ ਨਿਖੇਧੀ ਕੀਤੀ। ਇਸ ਹਮਲੇ ਦੇ ਕਾਰਨ ਨਿਊਕਲੀਅਰ ਪਲਾਂਟ ਨੂੰ ਅੱਗ ਲੱਗ ਗਈ ਅਤੇ ਰੇਡੀਏਸ਼ਨ ਲੀਕ ਹੋਣ ਦਾ ਤੌਖਲਾ ਵੀ ਪੈਦਾ ਹੋ ਗਿਆ। ਵਾਈਟ ਹਾਊਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਾਈਡਨ ਨੇ ਵੀ ਜ਼ੈਲੈਂਸਕੀ ਦੇ ਨਾਲ ਰਲ ਕੇ ਰੂਸ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੇ ਵਿੱਚ ਫੌਜੀ ਗਤੀਵਿਧੀਆਂ ਬੰਦ ਕਰੇ। ਉਹਨਾਂ ਇਹ ਅਪੀਲ ਵੀ ਕੀਤੀ ਕਿ ਐਮਰਜੈਂਸੀ ਵਰਕਰਸ ਤੇ ਫਾਇਰ ਫਾਈਟਰਸ ਨੂੰ ਪਲਾਂਟ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਜਾਵੇ। ਇੰਟਰਨੈਸ਼ਨਲ ਐਟੋਮਿਕ ਏਜੰਸੀ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਅੱਗ ਕਾਰਨ ਜ਼ਰੂਰੀ ਸਾਜ਼ੋ ਸਮਾਨ ਪ੍ਰਭਾਵਿਤ ਨਹੀਂ ਹੋਇਆ ਤੇ ਯੂਕਰੇਨ ਦੇ ਨਿਊਕਲੀਅਰ ਰੈਗੂਲੇਟਡ ਵੱਲੋਂ ਰੇਡੀਏਸ਼ਨ ਦੇ ਪੱਧਰ ਵਿੱਚ ਵੀ ਕਿਸੇ ਤਰ੍ਹਾਂ ਦੇ ਬਦਲਾਅ ਦੀ ਜਾਣਕਾਰੀ ਨਹੀਂ। ਹੁਣ ਦੋਵੇਂ ਦੇਸ਼ਾਂ ਦਾ ਜੋ ਵੀ ਰੌਲਾ ਹੈ ਇਹਨਾਂ ਨੂੰ ਬੈਠ ਕੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਸੀ, ਨਾ ਕਿ ਲੜ ਕੇ। ਅੱਜ ਰੂਸ ਯੂਕਰੇਨ ਤੇ ਇੰਨਾ ਜ਼ਿਆਦਾ ਭਾਰੀ ਪੈ ਗਿਆ ਕਿ ਅੱਜ ਯੂਕਰੇਨ ਦੇ ਨਾਗਰਿਕ ਦੇਸ਼ ਛੱਡ ਕੇ ਹੋਰ ਦੇਸ਼ਾਂ ਨੂੰ ਭੱਜ ਰਹੇ ਨੇ। ਜੇਕਰ ਗੱਲ ਕਰੀਏ ਭਾਰਤ ਦੇ ਦੇਸ਼ ਦੇ ਮੈਡੀਕਲ ਦੇ ਵਿਦਿਆਰਥੀਆਂ ਦੀ, ਇਹ MBBS ਕਰਨ ਯੂਕਰੇਨ ਜਾਂਦੇ ਸਨ ਤੇ ਜਦੋਂ ਦੇ ਹਾਲਾਤ ਮਾੜੇ ਹੋਏ ਨੇ ਉਹ ਵੀ ਆਪਣੀ ਜਾਨ ਬਚਾ ਕੇ ਭਾਰਤ ਨੂੰ ਵਾਪਸ ਪਰਤ ਰਹੇ ਨੇ। ਸਟੂਡੈਂਟਸ ਦੀ ਵੀ ਗੱਲ ਕਰੀਏ ਤਾਂ ਇਹਨਾਂ ਨੂੰ ਫਾਈਨਲ ਈਅਰ ਦੀ ਡਿਗਰੀ ਮਿਲਣੀ ਹੈ ਜਾਂ ਨਹੀਂ ਇਹ ਵੀ ਨਹੀਂ ਪਤਾ। ਮਾਤਾ ਪਿਤਾ ਇਹਨਾਂ ਨੂੰ ਪੈਸੇ ਲਾ ਕੇ ਬੱਚੇ ਦੇ ਚੰਗੇ ਭਵਿੱਖ ਦੇ ਲਈ ਭੇਜਦੇ ਆ, ਪਰ ਹੁਣ ਦੇਖਣਾ ਹੋਵੇਗਾ ਇਸ ਦੇਸ਼ ਦੇ ਸਹੀ ਹਾਲਾਤ ਹੋਣ ਤੱਕ ਕੀ ਹੁੰਦਾ। ਜਿਨ੍ਹਾਂ ਸਟੂਡੈਂਟਸ ਦਾ ਹਾਲੇ ਪਹਿਲਾ ਈਅਰ ਆ ਉਹਨਾਂ ਦੇ ਪੈਸੇ ਵੀ ਮਿੱਟੀ ਹੋ ਗਏ ਕਿਉਂਕਿ ਉਸ ਦੇਸ਼ ਵਿੱਚ ਰੂਸ ਨੇ ਇੰਨਾ ਵੱਡਾ ਹਮਲਾ ਕੀਤਾ ਤੇ ਉੱਥੋਂ ਜਾਨ ਬਚਾਉਣੀ ਔਖੀ ਹੈ। ਭਾਰਤ ਸਰਕਾਰ ਨੇ ਵੀ ਦਲੇਰੀ ਦੇ ਨਾਲ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਜਲਦ ਕੱਢਣ ਦੀ ਆਸ ਪ੍ਰਗਟ ਕੀਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਭਾਰਤੀ ਸਟੂਡੈਂਟ ਆਪਣੇ ਘਰ ਵਾਪਸ ਆ ਜਾਣ ਇਹੀ ਉਮੀਦ ਕਰਦੇ ਹਾਂ। ਹੁਣ ਜਿਸ ਤਰ੍ਹਾਂ ਅੱਜ 9ਵੇਂ ਦਿਨ ਚਾਹੇ ਘਰ ਹੋਣ ਚਾਹੇ ਹਸਪਤਾਲ ਹੋਣ ਕੋਈ ਵੀ ਬਿਲਡਿੰਗ ਹੋਵੇ, ਇੱਥੋਂ ਤੱਕ ਕਿ ਨਿਊਕਲੀਅਰ ਪਲਾਂਟ ਤੇ ਵੀ ਹਮਲਾ ਹੋਣਾ ਪਰ ਬਚ ਜਾਣਾ, ਪਰ ਫਿਰ ਵੀ ਤਬਾਹੀ ਤਾਂ ਕਿਤੇ ਨਾ ਕਿਤੇ ਹੋਈ ਹੈ। ਹੁਣ ਸਾਰੇ ਇਹੀ ਪੁੱਛਦੇ ਆ ਰੌਲਾ ਕੀ ਹੈ ਦੋਨਾਂ ਦੇਸ਼ਾਂ ਦਾ, ਤਾਂ ਹੁਣ ਤਾਂ ਸਾਰਿਆਂ ਨੂੰ ਟਿਪਸ ਦੇ ਉੱਤੇ ਹੋ ਗਿਆ ਕਿ ਰੌਲਾ ਕੀ ਹੈ। ਯੂਕਰੇਨ ਨਾਟੋ 'ਚ ਸ਼ਾਮਿਲ ਹੋਣਾ ਚਾਹੁੰਦਾ ਸੀ ਜਿਸ ਕਾਰਨ ਕਿ ਰੂਸ ਇਸ ਗੱਲ ਤੋਂ ਖਫਾ ਸੀ। ਰੂਸ ਨੇ ਇਸ ਗੱਲ ਦੀ ਧਮਕੀ ਦਿੱਤੀ ਕਿ ਯੂਕਰੇਨ ਅਜਿਹਾ ਨਾ ਕਰੇ, ਪਰ ਦੂਜੇ ਪਾਸੇ ਯੂਕਰੇਨ ਅਮਰੀਕਾ ਦੇ ਮਗਰ ਲੱਗ ਕੇ ਨਾਟੋ ਦੀ ਮੈਂਬਰਸ਼ਿਪ ਲੈਣਾ ਚਾਹੁੰਦਾ ਸੀ ਜਿਸ ਕਰਕੇ ਉਹ ਮਜ਼ਬੂਤ ਬਣ ਸਕੇ। ਨਾਟੋ ਦੇਸ਼ਾਂ ਦਾ ਮਤਲਬ ਹੈ 30 ਦੇਸ਼ਾਂ ਦਾ ਮਿਲਟਰੀ ਗਰੁੱਪ। ਜੇਕਰ ਕਿਸੇ ਇੱਕ ਦੇਸ਼ ਤੇ ਭੀੜ ਪਵੇ ਤਾਂ ਸਾਰੇ ਨਾਟੋ ਦੇਸ਼ ਇਕੱਠੇ ਹੋ ਕੇ ਉਹਦੀ ਮਦਦ ਕਰਨ। ਹੁਣ ਯੂਕਰੇਨ ਵਾਲਿਆਂ ਨੇ ਵੀ ਨਹੀਂ ਗਲਤ ਕੀਤਾ, ਉਹ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦੇ ਸੀ, ਪਰ ਰਸ਼ੀਆ ਨੇ ਗਲਤ ਕੀਤਾ। ਜੇ ਉਹ ਕਰਨਾ ਚਾਹੁੰਦੇ ਸੀ ਉਹਨੂੰ ਹੋਰ ਮਜ਼ਬੂਤੀ ਦੇ ਲਈ ਹੋਰ ਆਫਰ ਕੀਤੇ ਜਾ ਸਕਦੇ ਸੀ, ਹੋਰ ਪ੍ਰੋਗਰਾਮ ਆਫਰ ਕੀਤੇ ਜਾ ਸਕਦੇ ਸੀ, ਸੈਂਕਸ਼ਨਸ ਲਗਾਏ ਜਾ ਸਕਦੇ ਸੀ ਜੇ ਨਹੀਂ ਮੰਨਦੇ ਸੀ। ਪਰ ਨਹੀਂ, ਸਿੱਧਾ ਜੰਗ ਕਿਸੇ ਵੀ ਚੀਜ਼ ਦਾ ਹੱਲ ਨਹੀਂ, ਕਿਸੇ ਵੀ ਮਸਲੇ ਦਾ ਹੱਲ ਜੰਗ ਨਹੀਂ। ਹੁਣ ਇਹ ਪੁਤਿਨ ਨੂੰ ਕੌਣ ਸਮਝਾਵੇ? ਹੁਣ ਜਾਂ ਤਾਂ ਭਗਵਾਨ ਰੱਬ ਆ ਕੇ ਸਮਝਾ ਸਕਦਾ, ਤਾਂ ਪੁਤਿਨ ਨੂੰ ਖੁਦ ਦਿਮਾਗ ਦੇ ਵਿੱਚ ਪਵੇ ਕਿ ਇਹ ਜੰਗ
ਲੋਕਾਂ ਦੀਆਂ ਜ਼ਿੰਦਗੀਆਂ ਲਈ ਖਤਰਨਾਕ ਹੈ। ਲੋਕਾਂ ਦੀਆਂ ਕਿਸ ਤਰ੍ਹਾਂ ਜ਼ਿੰਦਗੀਆਂ ਜਾ ਰਹੀਆਂ ਨੇ, ਲੋਕਾਂ ਦੀਆਂ ਜ਼ਿੰਦਗੀਆਂ ਅਹਿਮ ਨੇ ਇਹਨਾਂ ਸਾਰੇ ਝਗੜਿਆਂ ਤੋਂ। ਇਹ ਝਗੜੇ ਨਹੀਂ ਹੋਣੇ ਚਾਹੀਦੇ, ਦੁਨੀਆ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ। ਇਹੀ ਉਮੀਦ ਕਰਦੇ ਹਾਂ, ਇਹੀ ਦੁਆ ਕਰਦੇ ਹਾਂ। ਇਨਫੋਰਮੇਸ਼ਨ ਕਿ ਕੀ ਹੋ ਰਿਹਾ ਯੂਕਰੇਨ ਦੇ ਵਿੱਚ, ਰਸ਼ੀਆ ਦੇ ਵਿੱਚ ਕੀ ਹੋ ਰਿਹਾ, ਅਸੀਂ ਪਲ ਪਲ ਦੀ ਖਬਰ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।